ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਗੰਗੂ ਬਾਮਨ ਦੇ ਨਾਲ ਚੱਲ ਕੇ ਪਿੰਡ ਸਹੇੜੀ ਦੇ ਵਿੱਚ ਪਹੁੰਚ ਜਾਂਦੇ ਨੇ, ਜਿੱਥੇ ਅਗਲੀ ਰਾਤ ਠਹਿਰਾਵ ਕਰਦੇ ਨੇ। ਅੱਜ ਅਸੀਂ ਵੀ ਪਿੰਡ ਸਹੇੜੀ ਦੇ ਵਿੱਚ ਮੌਜੂਦ ਹਾਂ ਤੇ ਇੱਕ ਘਰ ਦੇ ਕੋਲ ਉਸ ਥਾਂ ਤੇ ਮੌਜੂਦ ਹਾਂ ਜਿਸ ਘਰ ਨੂੰ ਲੈ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਇਹੀ ਘਰ ਗੰਗੂ ਬਾਮਨ ਦਾ ਹੋਇਆ ਹੋਵੇਗਾ, क्योंकि बहुत पुराना दसिया जाता है। इसकी बनतर जिहड़ी है वो पुराने तरीके की है, पुरातनी घर जिहा जापदा है, दरवाजे खिड़कियां ते होर कई तरीके की जिहड़ी बनतर है, जो दीवे बत्ती रखण दी थां है, मतलब जो पुराने समयां दौरान होया करदा सी जां बनिया करदा सीगा घरां दे विच, तां बिल्कुल उस तरीके की ही बनतर है। इत्थों तक कि इस दियां इट्टां भी सरहंदी इट्टां ने, जो कि अज तो 400 तो 500 साल पहलां होण दा दावा किया जाता है। ਤੇ ਉਸ ਨੂੰ ਲੈ ਕੇ ਇਸ ਪਿੰਡ ਦੇ ਬਜ਼ੁਰਗ ਵੀ ਇਹੀ ਗੱਲ ਆਖਦੇ ਨੇ ਤੇ ਇਸ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਘਰ ਜਿਹੜਾ ਹੈ ਉਹ ਬਹੁਤ ਪੁਰਾਣਾ ਹੈ ਤੇ ਇਸੇ ਕਰਕੇ ਇਹੀ ਘਰ ਗੰਗੂ ਬਾਮਨ ਦਾ ਹੋਵੇਗਾ, ਕਿਉਂਕਿ ਇਸ ਗੱਲ ਨੂੰ ਲੈ ਕੇ ਆਖਿਆ ਜਾਂਦਾ ਹੈ ਕਿ ਜਿੱਥੇ ਕਿ ਹੁਣ ਇੱਕ ਇਹ ਪੁਰਾਣਾ ਘਰ ਹੈ ਤੇ ਇਸ ਦੇ ਨਾਲ ਹੁਣ ਜਿੱਥੇ ਗੁਰੂ ਘਰ ਸੁਸ਼ੋਭਿਤ ਕੀਤਾ ਜਾ ਰਿਹਾ ਤੇ ਉਸ ਵੇਲੇ ਇਹਨਾਂ ਦੀ ਕੰਧ ਜਿਹੜੀ ਉਹ ਸਾਂਝੀ ਸੀ, ਪਰ ਸਮਾਂ ਰਹਿੰਦਿਆਂ ਹੁਣ ਜਿਹੜਾ ਉਹ ਦੋਵੇਂ ਵੱਖ-ਵੱਖ ਹੋ ਗਏ ਨੇ। ਕੰਧ ਸਾਂਝੀ ਹੋਣ ਦੇ ਕਾਰਨ ਵੀ ਦੂਜਾ ਜਿਹੜਾ ਕਾਰਨ ਦੱਸਿਆ ਜਾਂਦਾ ਹੈ ਕਿ ਇਸੇ ਕਰਕੇ ਇਹ ਹੀ ਗੰਗੂ ਬਾਮਨ ਦਾ ਘਰ ਹੋਵੇਗਾ, ਕਿਉਂਕਿ ਸਾਂਝੀ ਕੰਧ ਹੋਣ ਦੇ ਨਾਲ ਜਿਹੜੇ ਦੂਜੇ ਪਾਸੇ ਜਿਸ ਦਾ ਸਬੂਤ ਵੀ ਇਤਿਹਾਸਕਾਰਾਂ ਨੂੰ ਮਿਲੇ ਨੇ, ਇਤਿਹਾਸ ਦੇ ਵਿੱਚ ਜ਼ਿਕਰ ਵੀ ਆਉਂਦਾ ਕਿ ਗੰਗੂ ਬਾਮਨ ਦੇ ਘਰ ਤੇ ਇੱਕ ਕਮਰੇ ਦੇ ਵਿੱਚ ਜਿੱਥੇ ਠਹਿਰੇ ਸਨ। ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿਉਂਕਿ ਅਜੇ ਵੀ ਇੱਥੇ ਨਿਰਮਾਣ ਜਿਹੜਾ ਉਹ ਚੱਲ ਰਿਹਾ ਤੇ ਦਾਵਾ ਕੀਤਾ ਜਾਂਦਾ ਕਿ ਜਿਹੜੀ ਥਾਂ ਦੇ ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ, ਇੱਥੇ ਹੀ ਦਾਦੀ ਮਾਂ ਦੇ ਨਾਲ ਨਿੱਕੀਆਂ ਜਿੰਦਾਂ ਇੱਥੇ ਹੀ ਆ ਕੇ ਠਹਿਰੀਆਂ ਸਨ, ਇੱਥੇ ਹੀ ਆਪ ਜੀ ਨੇ ਇੱਕ ਰਾਤ ਬਿਤਾਈ ਸੀ। ਸੋ ਇੱਕੋ ਸਾਂਝੀ ਕੰਧ ਹੋਣ ਕਰਕੇ, ਕਿਉਂਕਿ ਕੰਧ ਦੇ ਦੂਸਰੇ ਪਾਸੇ ਜਿਹੜਾ ਉਹ ਦਾਦੀ ਮਾਂ ਤੇ ਨਿੱਕੀਆਂ ਜਿੰਦਾ ਠਹਿਰੀਆਂ ਸਨ, ਤਾਂ ਉਸ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾਂਦਾ ਹੈ ਤੇ ਦਾਵਾ ਕੀਤਾ ਜਾਂਦਾ ਹੈ ਕਿ ਸਰਹੰਦੀ ਇੱਟਾਂ ਵਾਲਾ ਪੁਰਾਣਾ ਮਕਾਨ ਜਿਹੜਾ ਇਹੀ ਪੂਰਾ ਗੰਗੂ ਬਾਮਨ ਦਾ ਘਰ ਹੋਵੇਗਾ। ਤੇ ਕਿਉਂਕਿ ਹੁਣ ਕਾਫੀ ਪੁਰਾਣਾ ਹੋਣ ਕਰਕੇ, ਜੋ ਕਿ ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਕਰੀਬ 500 ਸਾਲ ਪੁਰਾਣਾ ਘਰ ਹੈ ਤੇ ਹੁਣ ਇਹ ਢਹਿ ਚੁੱਕਿਆ। ਇਸ ਖਾਸ ਕਰਕੇ ਇਸ ਦੀ ਜਿਹੜੀ ਛੱਤ ਹੈ ਉਹ ਡਿੱਗ ਚੁੱਕੀ ਹੈ ਤੇ ਜਿਸ ਕਰਕੇ ਹੁਣ ਇਸ ਦਾ ਨਿਰਮਾਣ ਕਾਰਜ ਜਿਹੜਾ ਉਹ ਚੱਲ ਰਿਹਾ ਹੈ। ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ ਘਰ ਨੂੰ ਲੈ ਕੇ ਜਿਹੜਾ ਨਿਰਮਾਣ ਕਾਰਜ ਇੱਥੇ ਹੁਣ ਚੱਲ ਰਿਹਾ ਹੈ। ਤੁਸੀਂ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ। गंगू बामन ने अपनियां नीहां तां उस वेले ही हिला लईआं सन जदों उसने रब्बी रूहां दे नाल पाप कमाया सी, पर अज उस दी बची इक्को एक निशानी एक घर भी ढह जाण दे कंढे खड़ा है, जिस नूं बचाउण दे यतन कीते जा रहे ने। जबकि दूजे पासे जिथे माता जी ते छोटे साहिबजादे ठहरे हुए सन, उत्थे गुरु घर दा निर्माण चल रहा। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਰਿਵਾਰ ਵਿਛੋੜੇ ਤੇ ਵਿਛੋੜਾ ਪਿਆ, ਵੱਡੇ ਸਾਹਿਬਜ਼ਾਦੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਚਮਕੌਰ ਚਲੇ ਗਏ। ਉੱਥੇ ਪਰਿਵਾਰ ਵਿਛੋੜੇ ਗੰਗੂ ਪੰਡਤ ਇਸ ਪਿੰਡ ਦਾ, ਜੋ ਖੇੜੀ ਦਾ ਅੱਜ ਕੱਲ੍ਹ ਪਿੰਡ ਦਾ ਨਾਂ ਸਹੇੜੀ ਹੈ, ਆਪਣੇ ਨਾਲ ਛੋਟੇ ਸਾਹਿਬਜ਼ਾਦੇ ਮਾਤਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਨੂੰ ਆਪਣੇ ਨਾਲ ਇੱਥੇ ਪਿੰਡ ਸਹੇੜੀ ਲੈ ਕੇ ਆ ਗਿਆ। 8 ਪੋਹ ਨੂੰ ਇੱਥੇ ਆ ਕੇ ਉਹਨੇ ਆਪਣੇ ਸਾਹਿਬਜ਼ਾਦੇ ਮਾਤਾ ਗੁਜਰ ਜੀ ਨੇ ਰਾਤ ਕੱਟੀ। ਗੰਗੂ ਬ੍ਰਾਹਮਣ ਬੇਈਮਾਨ ਹੋ ਗਿਆ। ਇਸ ਸਥਾਨ ਦਾ ਹੁਣ ਨਾਂ ਅਟਕ ਸਾਹਿਬ ਗੁਰਦੁਆਰਾ ਸਾਹਿਬ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿਸ ਜਗ੍ਹਾ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਘਰ ਆ ਕੇ ਰਾਤ ਅਟਕੇ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਅਟਕ ਸਾਹਿਬ ਦੀ ਉਸਾਰੀ ਹੋ ਰਹੀ ਹੈ, ਜੋ ਬੜੀ ਸ਼ਰਧਾ ਨਾਲ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੀਆਂ ਨੇ। ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਹੈ ਉਹ ਬਣ ਕੇ ਤਿਆਰ ਹੋ ਗਈ ਹੈ। ਗੁਰਦੁਆਰਾ ਸਾਹਿਬ ਵਿੱਚ ਬਹੁਤ ਹਜੇ ਤਿਆਰੀਆਂ ਬਾਕੀ ਨੇ, ਜੋ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ।
ਦੇ ਅੰਦਰ ਅੱਜ ਵੀ ਉਹ ਪਵਿੱਤਰ ਮੰਜਾ ਮੌਜੂਦ ਹੈ ਜਿੱਥੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਬੈਠੇ ਸਨ। ਇਸੇ ਪਵਿੱਤਰ ਮੰਜੇ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸੁਸ਼ੋਭਿਤ ਕੀਤੇ ਗਏ ਨੇ। ਇਤਿਹਾਸ ਦੱਸਦਾ ਹੈ ਕਿ ਗੰਗੂ ਬਾਮਨ ਦੀ ਬੇਈਮਾਨੀ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਮਾਇਆ ਹੜੱਪਣ ਤੋਂ ਬਾਅਦ ਵੀ ਗੰਗੂ ਬਾਮਨ ਨੇ ਗੁਰੂ ਪਰਿਵਾਰ ਦੇ ਆਪਣੇ ਘਰ ਹੋਣ ਬਾਰੇ ਰੌਲਾ ਪਾ ਦਿੱਤਾ ਤੇ ਪਿੰਡ ਦੇ ਚੌਧਰੀ ਨੂੰ ਨਾਲ ਲਿਜਾ ਕੇ ਕੋਤਵਾਲੀ ਜਾ ਸ਼ਿਕਾਇਤ ਕੀਤੀ। ਅਜਿਹਾ ਕਰਨ ਵੇਲੇ ਗੰਗੂ ਬਾਮਨ ਨੂੰ ਉਹਨਾਂ ਭੋਲੀਆਂ ਤੇ ਅਣਜਾਣ ਨਿੱਕੀਆਂ ਜਿੰਦਾਂ ਤੇ ਵੀ ਤਰਸ ਨਹੀਂ ਆਇਆ। ਕੋਤਵਾਲੀ 'ਚ ਸ਼ਿਕਾਇਤ ਕਰਨ ਤੋਂ ਬਾਅਦ ਉਹਨਾਂ ਤਿੰਨਾਂ ਰੱਬੀ ਰੂਹਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ। ਸੋ ਇਸ ਤੋਂ ਬਾਅਦ ਅਗਲੇ ਪੜਾਅ ਵੱਲ ਵੀ ਤੁਹਾਨੂੰ ਜਲਦ ਲੈ ਕੇ ਚੱਲਾਂਗੇ। ਬਨੇ ਰਹਿਣਾ ਦੈਨਿਕ ਸਵੇਰਾ ਟੀਵੀ ਤੇ। ਕੈਮਰਾਮੈਨ ਜਤਿਨ ਦੇ ਨਾਲ ਸੁਰੂਚੀ, ਪਿੰਡ ਸਹੇੜੀ, ਰੋਪੜ।